ਇਹਨਾਂ ਦੀ ਸਰਕਾਰ 'ਚ ਇੱਕ ਰਾਜ ਮਿਸਤਰੀ ਹਾਰਟ ਦੀ ਸਰਜਰੀ ਕਰ ਰਿਹਾ ਤੇ ਤੁਸੀਂ ਸੋਚੋ ਜਦੋਂ ਇੱਕ ਮਿਸਤਰੀ ਹਾਰਟ ਦੀ ਸਰਜਰੀ ਕਰੂਗਾ ਤੇ ਪੇਸ਼ੈਂਟ ਦਾ ਕੀ ਹੋਊਗਾ। ਅੱਜ ਉਹ ਪੇਸ਼ੈਂਟ ਪੂਰੇ ਮੁਲਕ ਨੂੰ ਬਣਾ ਕੇ ਰੱਖਿਆ ਹੋਇਆ ਔਰ ਆਪਣੀ ਮਰਜ਼ੀ ਨਾਲ ਜਿੱਥੇ ਦਿਲ ਕਰ ਰਿਹਾ ਉੱਥੇ ਕੱਟ ਲਗਾ ਰਿਹਾ ਜੀ। ਜੇ ਮੰਡੀਕਰਨ ਸਿਸਟਮ ਖਤਮ ਹੋਇਆ ਤੇ ਸਾਡੀ ਵੀ ਇਨਕਮ ਉਹੀ ਹਾਲ ਹੋ ਜਾਣੇ, ਲੇਬਰ ਕਲਾਸ ਬਣਾ ਦੇਣਗੇ ਪੰਜਾਬ ਦੇ ਕਿਸਾਨ ਨੂੰ। ਰਾਸ਼ਟਰਪਤੀ ਦੇ ਸਾਈਨ ਨਾਲ ਇਹ ਆਰਡੀਨੈਂਸ ਆਇਆ ਸੀ, ਉਸੇ ਆਰਡੀਨੈਂਸ ਨੂੰ ਕਾਨੂੰਨ ਬਣਾਇਆ ਗਿਆ। ਅੱਜ ਕੀ ਰਾਸ਼ਟਰਪਤੀ ਸਾਈਨ ਨਹੀਂ ਕਰਨਗੇ? ਲੋਕ ਸਭਾ ਤੇ ਰਾਜ ਸਭਾ ਦਾ ਸੈਸ਼ਨ ਆਪਣੇ ਤੈਅਸ਼ੁਦਾ ਸਮੇਂ ਤੋਂ 8 ਦਿਨ ਪਹਿਲਾਂ ਸਮਾਪਤ ਹੋ ਗਿਆ, ਪਰ ਇਹਨਾਂ ਲੋਕ ਸਭਾ ਅਤੇ ਰਾਜ ਸਭਾ ਦੇ ਸੈਸ਼ਨ ਦੇ ਦੌਰਾਨ ਬਹੁਤ ਸਾਰੇ ਬਿੱਲ ਪਾਸ ਕੀਤੇ ਗਏ। ਧੜਾ ਧੜ ਬਿੱਲਾਂ ਨੂੰ ਪਾਸ ਕੀਤਾ ਗਿਆ। ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਸ਼ੋਰ ਸ਼ਰਾਬੇ ਵਾਲੇ ਬਿੱਲ ਰਹੇ ਐਗਰੀਕਲਚਰ ਆਰਡੀਨੈਂਸ, ਜਿਨ੍ਹਾਂ ਨੂੰ ਪਾਸ ਕੀਤਾ ਗਿਆ। ਉਸ ਤੋਂ ਇਲਾਵਾ ਜਿਸ ਦੀ ਜ਼ਿਆਦਾ ਚਰਚਾ ਨਹੀਂ ਹੋਈ ਲੇਕਿਨ ਅਹਿਮ ਬਿੱਲ ਸੀ ਉਹ ਲੇਬਰ ਐਕਟ ਸੀ। ਇਹਨਾਂ तमाम ਬਿੱਲਾਂ ਦੇ ਉੱਤੇ ਚਰਚਾ ਕਰਾਂਗੇ, ਤਕਨੀਕੀ ਪੱਖ ਜਾਣਾਂਗੇ। ਸਾਡੇ ਨਾਲ ਇੱਥੇ ਕਾਂਗਰਸ ਦੇ ਜਿਹੜੇ ਸਪੋਕਸਮੈਨ ਨੇ ਦਲਜੀਤ ਗਿਲਜੀਆ ਨੇ। ਗਿਲਜੀਆ ਸਾਹਿਬ, ਬੜੇ ਅਹਿਮ ਬਿੱਲ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਧੜਾ ਧੜ ਪਾਸ ਕੀਤੇ ਗਏ ਆ, ਕਿਵੇਂ ਦੇਖਦੇ ਹੋ ਤੁਸੀਂ? ਲੱਗਦਾ ਕਿ ਜਿਹੜਾ ਲੇਬਰ ਐਕਟ ਹੈ ਜਿਹਦੇ ਤੇ ਬਹੁਤ ਜ਼ਿਆਦਾ ਚਰਚਾ ਹੋਣੀ ਚਾਹੀਦੀ ਸੀ, ਜਿਹਦੇ 'ਚ ਜ਼ਿਆਦਾਤਰ ਦੇਸ਼ ਦਾ ਤਬਕਾ ਉਹ ਡਿਪੈਂਡ ਰਹਿੰਦਾ, ਜ਼ਿਆਦਾਤਰ ਲੋਕ ਹੈ ਜਿਹੜੇ ਲੇਬਰ ਕਲਾਸ ਨਾਲ ਡਿਪੈਂਡ ਨੇ, ਤਾਲੁਕ ਰੱਖਦੇ ਨੇ, ਕਿਵੇਂ ਦੇਖਦੇ ਹੋ? ਮੈਂ ਕਹਿ ਰਿਹਾ ਜਿਹੜਾ ਸੈਸ਼ਨ ਕੰਪਲੀਟ ਹੋਇਆ ਐਕਚੁਅਲੀ 'ਚ ਡੈਮੋਕ੍ਰੇਸੀ ਦਾ ਕਤਲ ਹੋਇਆ ਉਸ ਸੈਸ਼ਨ ਦੇ ਵਿੱਚ। ਜਿੰਨੇ ਚਿਰ ਚੱਲਣਾ ਸੀ 8 ਤੋਂ 8 ਦਿਨ ਪਹਿਲਾਂ ਕਿਉਂ ਖਤਮ ਕੀਤਾ ਗਿਆ, ਇਹ ਤੱਕ ਜਵਾਬ ਨਹੀਂ ਦੇ ਰਹੀ ਸਰਕਾਰ। ਕਿਉਂਕਿ ਜੋ ਉਹਨਾਂ ਨੇ ਕੰਮ ਕਰਨਾ ਚਾਹੁੰਦੇ ਸੀ ਉਹ ਕੰਮ ਉਹਨਾਂ ਨੇ ਕਰ ਲਏ। ਜੋ 90% ਲੋਕਾਂ ਨੂੰ, ਹਿੰਦੁਸਤਾਨ ਦੇ ਮੁਲਕ ਦੇ ਸਾਡੇ ਦੇ ਨੂੰ 90% ਲੋਕਾਂ ਨੂੰ ਜਿਹੜੇ ਇਫੈਕਟ ਕਰਦੇ ਨੇ ਦੋ ਬਿੱਲ, ਉਹ ਉਹਨਾਂ ਨੇ ਪਾਸ ਕਰਵਾ ਲਏ। ਉਹਨਾਂ ਦਾ ਮਸਲਾ ਹੱਲ ਹੋ ਗਿਆ। ਜਿਨ੍ਹਾਂ ਨੂੰ ਫਾਇਦਾ ਦੇਣਾ ਚਾਹੁੰਦੇ ਸੀ ਉਹ ਦੇ ਦਿੱਤਾ। ਉਸ ਤੋਂ ਬਾਅਦ ਉਹਨਾਂ ਨਾਲ ਕੋਈ ਸੈਸ਼ਨ ਚਲਾਉਣ 'ਚ ਕੋਈ ਇੰਟਰਸਟ ਨਹੀਂ ਸੀ। ਇੱਕ ਸੀ ਫਾਰਮਰ ਆਰਡੀਨੈਂਸ ਜਿਹਨੂੰ ਬਿੱਲ ਦੇ ਰੂਪ 'ਚ ਲੈ ਕੇ ਆਇਆ, ਪਾਸ ਕਰਾਇਆ। ਦੂਜਾ ਸੀ ਲੇਬਰ ਕੋਡ। ਇਹ ਦੋ ਇੱਦਾਂ ਦੇ ਚੀਜ਼ਾਂ ਨੇ ਜਿਹੜੀ 90% ਲੋਕਾਂ, ਮੁਲਕ ਦੇ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਨੇ। ਅਤੇ ਜਿਹੜੀ ਆਰਡੀਨੈਂਸ ਦੀ ਗੱਲ ਕਰਦੇ ਨੇ, ਇਹ ਆਰਡੀਨੈਂਸ ਉਹਨਾਂ ਲੋਕਾਂ ਜਾਂ ਉਹਨਾਂ ਸਰਕਾਰ ਦੇ ਉਹਨਾਂ ਬੰਦਿਆਂ ਨੇ ਪਾਸ ਕੀਤਾ ਜਿਹੜੇ ਖੁਦ ਹੀ ਖੇਤੀ ਨਾਲ ਸੰਬੰਧਿਤ ਹੀ ਨਹੀਂ ਹੈਗੇ, ਖੁਦ ਫਾਰਮਰ ਹੀ ਨਹੀਂ ਹੈਗੇ। ਮੈਂ ਉਦੋਂ ਬੜਾ ਹੈਰਾਨ ਹੋਇਆ ਜਦੋਂ ਮੈਂ ਇਹਨਾਂ ਦੇ ਐਫੀਡੇਵਿਟ ਪੜ੍ਹੇ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦਾ ਐਫੀਡੇਵਿਟ ਹੈ ਕਿ ਜਿਹੜੇ ਖੁਦ ਆਪਣੇ ਐਫੀਡੇਵਿਟ 'ਚ ਮੰਨ ਰਹੇ ਨੇ ਕਿ ਮੈਂ ਨਾ ਤਾਂ ਮੇਰੇ ਕੋਲ ਖੇਤੀਯੋਗ ਜ਼ਮੀਨ ਹੈ ਅਤੇ ਨਾ ਹੀ ਮੈਂ ਕਦੀ ਖੇਤੀ ਕੀਤੀ ਹੈ, ਨਾ ਮੈਂ ਕਦੀ ਖੇਤੀ ਵੀ ਕੀਤੀ। ਉਹ ਅੱਜ ਸਾਡੀ ਭਵਿੱਖ ਦਾ, ਸਾਡੇ ਕਿਸਾਨਾਂ ਦੇ ਡੈਥ ਵਾਰੰਟ ਦੇ ਉੱਪਰ ਉਹ ਸਾਈਨ ਲੋਕ ਕਰ ਰਹੇ ਨੇ ਕਿ ਜਿਨ੍ਹਾਂ ਨੇ ਕਦੀ ਨਾ ਤਾਂ ਖੇਤੀ ਕੀਤੀ ਅਤੇ ਨਾ ਹੀ ਖੇਤੀ ਬਾਰੇ ਕੁਝ ਪਤਾ ਹੈ। ਇਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਇਹਨਾਂ ਦੇ ਐਫੀਡੇਵਿਟ। ਉਹ ਐਫੀਡੇਵਿਟ ਹੈ ਜੋ ਇਲੈਕਸ਼ਨ ਦੇ ਸਮੇਂ ਭਰਿਆ ਜਾਂਦਾ ਹੈ ਇੱਕ ਕੈਂਡੀਡੇਟ ਔਰ ਇਲੈਕਸ਼ਨ ਕਮਿਸ਼ਨ ਨੂੰ। ਔਰ ਐਗਰੀਕਲਚਰ ਲੈਂਡ ਬਾਰੇ ਉਹ ਨਿਲ ਕਹਿੰਦੇ ਨੇ ਕਿ ਐਗਰੀਕਲਚਰ ਲੈਂਡ ਨਹੀਂ ਹੈ ਪ੍ਰਧਾਨ ਮੰਤਰੀ ਸਾਹਿਬ ਕੋਲ, ਨਾ ਹੀ ਕਦੀ ਉਹਨਾਂ ਨੇ ਕਦੀ ਖੇਤੀ ਕੀਤੀ ਹੈ, ਪਹਿਲੀ ਗੱਲ। ਦੂਜਾ, ਮੈਨੂੰ ਉਦੋਂ ਹੈਰਾਨਗੀ ਹੋਈ ਕਿ ਪਹਿਲੀ ਇਤਿਹਾਸ 'ਚ ਸ਼ਾਇਦ ਪਹਿਲੀ ਵਾਰ ਹੋਇਆ ਕਿ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹ ਵੀ ਲੈਂਡਲੈਸ ਨੇ, ਨਾ ਹੀ ਕਦੀ ਖੇਤੀ ਕੀਤੀ ਅਤੇ ਨਾ ਹੀ ਉਹਨਾਂ ਨੂੰ ਖੇਤੀ ਬਾਰੇ ਪਤਾ ਹੈ। ਅੱਜ ਤੋਂ ਪਹਿਲਾਂ ਜਿੰਨੇ ਵੀ ਖੇਤੀਬਾੜੀ ਮੰਤਰੀ ਹੋਏ ਨੇ, ਆ ਦੇਖੋ ਇਹਨਾਂ ਦਾ ਐਫੀਡੇਵਿਟ ਹੈ, ਕ੍ਰਿਸ਼ੀ ਭੂਮੀ ਨਿਰੰਗ, ਕੋਈ ਨਹੀਂ ਹੈ। ਮੈਂ ਹੈਰਾਨ ਆ ਇਸ ਸਰਕਾਰ ਦੇ ਫੈਸਲਿਆਂ ਤੋਂ। ਅੱਜ ਉਹ ਫੈਸਲੇ ਕਰ ਰਹੇ ਨੇ, ਮੈਂ ਕਹਿ ਰਿਹਾ ਕਿ ਸ਼ਾਇਦ ਉਹ ਰਾਜ ਮਿਸਤਰੀ, ਇਹਨਾਂ ਦੀ ਸਰਕਾਰ 'ਚ ਇੱਕ ਰਾਜ ਮਿਸਤਰੀ ਹਾਰਟ ਦੀ ਸਰਜਰੀ ਕਰ ਰਿਹਾ। ਤਾਂ ਤੁਸੀਂ ਸੋਚੋ ਜਦੋਂ ਇੱਕ ਮਿਸਤਰੀ ਹਾਰਟ ਦੀ ਸਰਜਰੀ ਕਰੂਗਾ ਤੇ ਪੇਸ਼ੈਂਟ ਦਾ ਕੀ ਹੋਊਗਾ। ਅੱਜ ਉਹ ਪੇਸ਼ੈਂਟ ਪੂਰੇ ਮੁਲਕ ਨੂੰ ਬਣਾ ਕੇ ਰੱਖਿਆ ਹੋਇਆ ਔਰ ਆਪਣੀ ਮਰਜ਼ੀ ਨਾਲ ਜਿੱਥੇ ਦਿਲ ਕਰ ਰਿਹਾ ਉੱਥੇ ਕੱਟ ਲਗਾ ਰਹੇ। ਔਰ ਜਦੋਂ ਇਹ ਦੇਖਿਆ ਮੈਂ ਕਿ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਸਾਡੇ ਮੁਲਕ ਦਾ, ਸਾਡੀ ਕਿਸਮਤ ਦਾ ਫੈਸਲਾ ਕਰ ਰਹੇ। ਇਹਨਾਂ ਨੂੰ ਕੀ ਪਤਾ ਕਿ ਜੇਠ ਹਾੜ ਦੀ ਗਰਮੀ 'ਚ ਕਿਸਾਨ ਸੱਪਾਂ ਦੀ ਸਿਰੀਆਂ ਦੱਬ ਕੇ ਕਿੱਦਾਂ ਫਸਲ ਨੂੰ ਉਗਾਉਂਦਾ ਹੈ। ਪੋਹ ਮਾਘ ਦੀ ਠੰਡ 'ਚ ਜਦੋਂ ਪੂਰਾ ਮੁਲਕ ਕੋਹਰੇ ਦੀ ਛਾਂ ਦੇ ਵਿੱਚ ਸੁੱਤਾ ਹੁੰਦਾ ਹੈ, ਠੰਡ 'ਚ ਸੁੱਤਾ ਹੁੰਦਾ ਹੈ, ਉਦੋਂ ਕਿਸਾਨ ਫਸਲ ਨੂੰ ਆਪਣੇ ਪੁੱਤਾਂ ਵਾਂਗ ਪਾਲਦਾ, ਉਹਨੂੰ ਪਾਣੀ ਲਾਉਂਦਾ, ਠੰਡ 'ਚ ਜਾਂਦਾ। ਕੋਹਰੇ 'ਚ ਅਸੀਂ ਸੁੱਤੇ ਹੁੰਦੇ ਹਾਂ, ਕਿਸਾਨ ਜਾ ਕੇ ਉਸ ਨੂੰ ਫਸਲ ਨੂੰ ਪਾਲਦਾ। ਇਹਨਾਂ ਨੂੰ ਕਿਉਂਕਿ ਇਹਨੇ ਕਦੀ ਕਿਸਾਨੀ ਕੀਤੀ ਨਹੀਂ। ਜਿਸ ਬੰਦੇ ਨੇ ਕਿਸਾਨੀ ਨਹੀਂ ਕੀਤੀ ਉਹ ਅੱਜ ਕਿਸਾਨੀ ਦਾ ਫੈਸਲਾ ਕਰ ਰਹੇ ਨੇ, ਉਹ ਡੈਥ ਵਾਰੰਟ 'ਤੇ ਸਾਡੇ 'ਤੇ ਸਾਈਨ ਕਰ ਰਹੇ ਨੇ। ਮੇਰਾ ਦੂਜਾ ਸਵਾਲ ਇਹਨਾਂ ਨੂੰ ਹੈ ਕਿ ਸਾਡੇ ਮੁਲਕ 'ਚ ਜਦੋਂ ਤੁਸੀਂ ਕਿਸੇ ਦੇ ਸੂਬੇ ਦੇ ਵਿੱਚੋਂ ਕੋਈ ਖਣਿਜ ਪਦਾਰਥ ਲੈਂਦੇ ਹੋ, ਚਾਹੇ ਉਹ ਤੇਲ ਹੋਵੇ, ਚਾਹੇ ਉਹ ਕੋਲਾ ਹੋਵੇ, ਚਾਹੇ ਉਹ ਕਾਪਰ ਹੋਵੇ, ਤਾਂਬਾ ਹੋਵੇ, ਉਸ ਸੂਬੇ ਨੂੰ ਰਾਇਲਟੀ ਦਿੱਤੀ ਜਾਂਦੀ ਹੈ। ਇਹ ਸਾਡੇ ਸੂਬੇ ਨੇ, ਪੰਜਾਬ ਨੇ ਪੂਰੇ ਮੁਲਕ ਦਾ ਢਿੱਡ ਭਰਿਆ। ਅੱਜ ਉਹਨੇ ਆਪਣਾ ਪਾਣੀ ਖਰਾਬ ਕਰ ਲਿਆ, ਆਪਣਾ ਪਾਣੀ ਖਤਮ ਕਰਨ 'ਤੇ ਆ ਗਏ, ਪਾਣੀ ਪੋਲੂਟਡ ਕਰ ਲਿਆ, ਮਿੱਟੀ ਪ੍ਰਦੂਸ਼ਿਤ ਕਰ ਲਈ, ਆਪਣੀ ਆਬੋ ਹਵਾ ਵੀ ਖਰਾਬ ਕਰ ਲਈ, ਆਪਣੀ ਆਬੋ ਹਵਾ ਵੀ ਖਰਾਬ ਕਰ ਲਈ। ਇਹਨਾਂ ਨੇ ਸਾਨੂੰ ਕਿਹੜੀ ਰਾਇਲਟੀ ਦਿੱਤੀ? ਅੱਜ ਮਾਲਵੇ 'ਚੋਂ ਇੱਕ ਕੈਂਸਰ ਟ੍ਰੇਨ ਚੱਲਦੀ ਹੈ। ਉਹ ਕਿਉਂ ਚੱਲਦੀ ਹੈ?
ਕਿਉਂਕਿ ਅਸੀਂ ਆਪਣੀ ਮਿੱਟੀ ਨੂੰ ਇੰਨਾ ਪ੍ਰਦੂਸ਼ਿਤ ਕਰ ਲਿਆ ਪੂਰੇ ਮੁਲਕ ਦਾ ਢਿੱਡ ਭਰਨ ਲਈ ਕਿ ਸਾਨੂੰ ਖੁਦ ਆਪਣੀ ਸਿਹਤ ਨਾਲ ਖਿਲਵਾੜ ਕਰਕੇ ਅੱਜ ਕੈਂਸਰ ਦੇ ਮਰੀਜ਼ ਬਣਨਾ ਪਿਆ ਪੰਜਾਬ ਦੇ ਕਿਸਾਨਾਂ ਨੂੰ। ਇਹਨਾਂ ਨੇ ਪੰਜਾਬ ਦੇ ਕਿਸਾਨਾਂ ਲਈ ਕੀ ਕੀਤਾ? ਅਜੇ MSP ਦੇਣ ਤੋਂ ਭੱਜ ਰਹੇ ਨੇ। ਇਹਨਾਂ ਨੇ ਰਾਇਲਟੀ ਕੀ ਦੇਣੀ ਸੀ? ਜੋ ਅਸੀਂ ਦਿੱਤਾ ਉਹ ਵੀ ਖੋਹ ਲਿਆ ਸਾਡੇ ਕੋਲੋਂ। ਗਿਲਜੀ ਸਾਹਿਬ ਉਹ ਤਾਂ ਕਹਿੰਦੇ ਆਮਦਨ ਅਸੀਂ ਦੁੱਗਣੀ ਕਰ ਦੇਣੀ ਹੈ, 2022 ਦਾ ਟੀਚਾ ਰੱਖਿਆ। ਮੈਂ ਪੁੱਛਣਾ ਚਾਹਨਾ ਕਿ ਜੇ ਆਮਦਨ ਦੁੱਗਣੀ ਕਰਨੀ ਹੈ, 65% ਅੱਜ ਪਾਪੂਲੇਸ਼ਨ ਸਾਡੀ ਹਿੰਦੁਸਤਾਨ ਦੀ ਕਿਸਾਨਾਂ ਨਾਲ ਸੰਬੰਧਿਤ ਹੈ ਜਾਂ ਕਿਸਾਨੀ ਨਾਲ ਸੰਬੰਧਿਤ ਹੈ, ਅਸੀਂ 65 ਬੰਦਿਆਂ ਨੂੰ ਬੁਲਾ ਕੇ ਵੀ ਇੱਕ ਸਲਾਹ ਮਸ਼ਵਰਾ ਜਾਂ ਉਹਨਾਂ ਦਾ ਪੁੱਛਗਿੱਛ ਕਰ ਸਕੇ ਕਿ ਅਸੀਂ ਇਹ ਤੁਹਾਡੀ ਆਮਦਨ ਦੁੱਗਣੀ ਕਰਨ ਦਾ ਕੁਝ ਬਿੱਲ ਲੈ ਕੇ ਆ ਰਹੇ ਹਾਂ, ਕਿ ਤੁਹਾਡੇ ਕੋਈ ਸੁਝਾਅ ਹੈ ਉਹ ਦਿਓ। ਮੈਂ ਦੂਸਰਾ ਸਵਾਲ ਪੁੱਛਣਾ, ਜੇ ਆਮਦਨ ਦੁੱਗਣੀ ਦੀ ਗੱਲ ਕਰਦੇ ਨੇ, ਇਸੀ BJP ਦੀ ਸਰਕਾਰ ਦੀ ਭਾਈਵਾਲੀ ਸਰਕਾਰ ਹੈ ਇਹਨਾਂ ਦੀ ਔਰ JDU ਦੀ, ਨਤੀਸ਼ ਕੁਮਾਰ ਦੀ ਸਰਪ੍ਰਸਤੀ ਹੇਠ ਇਹ ਉੱਥੇ ਸਰਕਾਰ ਚਲਾਉਂਦੇ ਨੇ ਬਿਹਾਰ 'ਚ। APMC ਐਕਟ 2006 'ਚ ਉੱਥੇ ਬਿਹਾਰ 'ਚ ਖਤਮ ਕੀਤਾ ਗਿਆ। ਅੱਜ 14 ਸਾਲ ਹੋ ਗਏ ਨੇ। ਇਹ ਉਹਦਾ ਡਾਟਾ ਕਿਉਂ ਨਹੀਂ ਦਿੰਦੇ ਕਿ ਉੱਥੇ ਕਿੰਨੀ ਕੁ ਆਮਦਨ ਦੁੱਗਣੀ ਹੋਈ, ਕਿੰਨੀ ਕੀ ਪ੍ਰਾਈਸ ਡਿਸਕਵਰੀ ਵਰਡ ਇਹਨਾਂ ਨੇ ਯੂਜ਼ ਕੀਤਾ ਸੀ ਕਿ ਪ੍ਰਾਈਸ ਡਿਸਕਵਰੀ ਹੋਊਗੀ, ਕਿੰਨਾ ਕੁ ਪ੍ਰਾਈਸ ਡਿਸਕਵਰੀ ਹੋਈ, ਇਹ ਕਿਉਂ ਨਹੀਂ ਦੱਸਦੇ ਉਹਨਾਂ ਨੂੰ ਜਾ ਕੇ? ਮੈਂ ਹੈਰਾਨ ਹਾਂ ਕਿ ਕਿਉਂ ਨਹੀਂ ਦੱਸਿਆ ਜਾਂਦਾ। ਅੱਜ ਇਹਨਾਂ ਦੀ ਸਰਕਾਰ ਦੇ ਸਮੇਂ ਨਬਾਰਡ ਦੀ ਇੱਕ ਰਿਪੋਰਟ ਹੈ, ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਨਬਾਰਡ ਦੀ ਰਿਪੋਰਟ ਉਹ, ਕਿ ਨਬਾਰਡ ਕੀ ਕਹਿੰਦਾ ਹੈ। ਕਿ ਨਬਾਰਡ ਕਹਿ ਰਿਹਾ ਹੈ ਕਿ ਬਿਹਾਰ ਦੇ ਕਿਸਾਨ ਦੀ ਕਿ ਜਿਹੜੀ ਮੰਥਲੀ ਇਨਕਮ ਹੈ ਉਹ 7100 ਰੁਪਇਆ। ਦਰਸ਼ਕਾਂ ਨੂੰ ਵੀ ਸਾਡੇ ਨੂੰ ਦਿਖਾ ਦਿਓ ਵੀ ਥੋੜਾ। ਇਹ ਨਬਾਰਡ ਦੀ ਰਿਪੋਰਟ ਹੈ 2016-17 ਦੀ, ਠੀਕ ਹੈ ਜੀ। ਔਰ ਇਹਦੇ ਵਿੱਚ ਉਹ ਜਿਹੜੀ ਮੰਥਲੀ ਇਨਕਮ ਹੈ ਪੂਰੇ ਦੇਸ਼ ਦੇ ਕਿਸਾਨਾਂ ਦੀ ਸਟੇਟ ਵਾਈਜ਼ ਉਹਨਾਂ ਨੇ ਕਨਕਲੂਡ ਕੀਤੀ ਸੀ। ਉਸ ਦੇ ਵਿੱਚ ਉਹ ਦੱਸ ਰਿਹਾ ਕਿ ਬਿਹਾਰ ਦੇ ਕਿਸਾਨ ਦੀ ਜਿਹੜੀ ਇਨਕਮ ਹੈ ਉਹ 7100 ਰੁਪਏ ਦੇ ਲਾਗੇ ਚੱਗੇ ਹੈ, ਔਰ ਬਿਹਾਰ ਦੇ UP ਦੇ ਕਿਸਾਨ ਦੀ 6668 ਰੁਪਏ ਹੈ, ਔਰ ਪੰਜਾਬ ਦੇ ਕਿਸਾਨ ਦੀ 23133 ਹੈ। ਇਹ 23000 ਔਰ 6000 ਦੇ ਵਿੱਚ ਜਿਹੜਾ ਫਰਕ ਹੈ ਉਹ ਕਿਉਂ ਹੈ? ਕਿਉਂਕਿ ਇੱਥੇ ਮੰਡੀਕਰਨ ਸਿਸਟਮ ਹੈ, ਇੱਥੇ MSP ਦੇ ਫਸਲ ਚੱਕੀ ਜਾਂਦੀ ਹੈ। ਜਿਸ ਦਿਨ ਸਾਡਾ ਮੰਡੀਕਰਨ ਸਿਸਟਮ ਖਤਮ ਹੋਇਆ, ਸਾਡੀ MSP ਖਤਮ ਹੋਈ, ਅਸੀਂ ਵੀ ਅੱਜ ਬਿਹਾਰ ਦੇ ਕਿਸਾਨ ਦੇ ਬਰਾਬਰ ਲਿਆ ਕੇ ਖੜੇ ਹੋ ਜਾਵਾਂਗੇ। ਸਾਡੀ ਵੀ ਆਮਦਨ ਹੈ ਜਿਹੜੀ 6000 7000 ਰਹਿ ਜਾਣੀ ਹੈ ਜਿਹੜੀ ਜੀ। ਜੇ ਮੰਡੀਕਰਨ ਸਿਸਟਮ ਖਤਮ ਹੋਇਆ ਤੇ ਸਾਡੀ ਵੀ ਇਨਕਮ ਉਹੀ ਹਾਲ ਹੋ ਜਾਣੇ, ਲੇਬਰ ਕਲਾਸ ਬਣਾ ਦੇਣਗੇ ਪੰਜਾਬ ਦੇ ਕਿਸਾਨ ਨੂੰ। ਉਹਨਾਂ ਵੱਲੋਂ ਇੱਕ ਤਰਕ ਦਿੱਤਾ ਜਾ ਰਿਹਾ, ਅਸੀਂ ਵੀ ਗੱਲਬਾਤ ਜਦੋਂ ਕੀਤੀ ਹੈ ਦੇਸ਼ ਦੇ ਜੋ ਖੇਤੀਬਾੜੀ ਮੰਤਰੀ ਨੇ, ਉਹ ਕਹਿੰਦੇ ਕਿ 8% ਜਿਹੜਾ ਟੈਕਸ ਲੱਗਦਾ ਉਹ ਟੈਕਸ ਵੀ ਖਤਮ ਹੋ ਜਾਏਗਾ, ਉਹ ਟੈਕਸ ਦਾ ਬੋਝ ਪੈ ਰਿਹਾ ਕਿਸਾਨਾਂ ਨੂੰ। ਮੈਂ ਪੁੱਛਣਾ ਚਾਹੁੰਦਾ, ਇਸੇ ਸਰਕਾਰ ਨੇ 2006 ਚ ਇੱਕ ਈ-ਨੈਮ ਬਿੱਲ ਲੈ ਕੇ ਆਂਦਾ ਸੀ 2016 ਚ, ਜਿਹਨੂੰ ਐਗਰੀਕਲਚਰ ਨੈਸ਼ਨਲ ਐਗਰੀਕਲਚਰ ਮਾਰਕੀਟ ਆਨਲਾਈਨ ਟ੍ਰੇਡਿੰਗ ਸੀ ਇਹਦੇ ਥਰੂ ਹੋਣੀ 2016 ਚ। 2016 ਤੋਂ ਲੈ ਕੇ 2020 ਤੱਕ ਕਿੰਨੀ ਟ੍ਰੇਡਿੰਗ ਹੋਈ ਆਨਲਾਈਨ? ਬਿਨਾਂ ਫੀਸ ਤੋਂ ਹੋਣੀ ਸੀ ਉਹ ਵੀ ਟ੍ਰੇਡਿੰਗ। ਕਿੰਨੀ ਹੋਈ? ਕਿੰਨਾ ਕਿਸਾਨ ਨੂੰ ਫਾਇਦਾ ਹੋਇਆ? ਕਿੰਨੀ ਇਨਵੈਸਟਮੈਂਟ ਆਈ? ਇਹ ਡਾਟਾ ਕਿਉਂ ਨਹੀਂ ਦਿੰਦੀ ਸਰਕਾਰ? ਇਹੀ ਮੋਦੀ ਸਰਕਾਰ ਸੀ। ਅੱਜ ਵੀ ਕਹਿ ਰਹੀ ਆਪਾਂ ਆਨਲਾਈਨ ਟ੍ਰੇਡਿੰਗ ਆ, ਪੰਜਾਬ ਦਾ ਕਿਸਾਨ ਮਹਾਰਾਸ਼ਟਰ 'ਚ ਫਸਲ ਵੇਚ ਸਕਦਾ, ਠੀਕ ਹੈ ਵੇਚੇ, ਪਰ ਉਹ ਪਲੇਟਫਾਰਮ ਤਾਂ ਅੱਜ ਵੀ ਹੈਗਾ ਕਿਸਾਨ ਕੋਲ ਟ੍ਰੇਡਿੰਗ ਦੇ। ਫਿਰ ਨਵੇਂ ਬਿੱਲ ਲੈ ਕੇ ਆਉਣ ਦੀ ਕਿਉਂ ਕੋਸ਼ਿਸ਼ ਹੋਈ? ਕਿਹਨੂੰ ਫਾਇਦਾ ਦੇਣ ਲਈ ਨਵੇਂ ਬਿੱਲ ਲੈ ਕੇ ਆਏ? ਇਹ ਕਿਉਂ ਨਹੀਂ ਸਪਸ਼ਟ ਕੀਤਾ ਜਾਂਦਾ? ਈ-ਨੈਮ ਦੇ ਵਿੱਚ ਕਿੰਨੀ ਪ੍ਰਾਈਵੇਟ ਇਨਵੈਸਟਮੈਂਟ ਆਈ, ਉਹ ਕਿਉਂ ਨਹੀਂ ਸਰਕਾਰ ਡਾਟਾ ਦਿੰਦੀ? ਕਿਉਂ ਇਹ ਲੁਕੋਇਆ ਜਾ ਰਿਹਾ? ਔਰ ਤੁਹਾਨੂੰ ਦੱਸਣਾ ਇੱਕ ਗੱਲ ਹੋਰ, ਇਸੀ ਸਰਕਾਰ ਦੇ ਐਗਰੀਕਲਚਰ ਜਿਹੜੀ ਮਾਰਕੀਟਿੰਗ ਦਾ ਬਜਟ ਹੈ, ਜੇ ਤੁਸੀਂ ਉਹਨੂੰ ਧਿਆਨ ਨਾਲ ਦੇਖੋ ਤੁਹਾਨੂੰ ਇਹਦੀ ਸੱਚਾਈ ਪਤਾ ਲੱਗ ਜਾਊਗੀ ਕਿ ਕਿੰਨਾ ਕਿ ਆਨਲਾਈਨ ਟ੍ਰੇਡਿੰਗ ਦਾ ਜਾਂ ਕਿਸਾਨ ਨੂੰ ਪ੍ਰੋਫਿਟ ਦੇਣ ਦਾ ਸੋਚ ਰਹੇ ਨੇ। ਇਸੇ ਸਰਕਾਰ ਦਾ ਬਜਟ ਹੈ ਆਨਲਾਈਨ ਐਗਰੀਕਲਚਰ ਮਾਰਕੀਟਿੰਗ ਬਜਟ ਹੈ ਜਿਹੜਾ 2018 ਦਾ, ਇਹਨਾਂ ਨੇ 1050 ਕਰੋੜ ਰੁਪਇਆ ਰੱਖਿਆ ਸੀ ਐਗਰੀਕਲਚਰ ਮਾਰਕੀਟਿੰਗ ਵਾਸਤੇ। ਰਿਵਾਈਜ਼ ਕਰਕੇ ਉਹਨੂੰ 500 ਕਰੋੜ ਕੀਤਾ, ਦਿੱਤਾ 450 ਕਰੋੜ, ਔਰ 2000 ਡੇ ਬਾਈ ਡੇ ਘਟਦਾ ਗਿਆ। 2019 ਚ ਆਇਆ ਤੇ ਉਹ 1050 ਦਾ 600 ਕਰੋੜ ਹੋ ਗਿਆ, ਔਰ ਐਕਚੁਅਲ ਜੇ ਰਿਲੀਜ਼ ਜਿਹੜਾ ਹੋਇਆ ਉਹ 331 ਕਰੋੜ ਹੋਇਆ। ਇਹ ਇਹਨਾਂ ਦੀ ਐਗਰੀਕਲਚਰ ਜਿਹੜੇ ਕਿਸਾਨ ਨੂੰ ਕਹਿੰਦੇ ਨੇ ਅਸੀਂ ਪ੍ਰੋਫਿਟ ਦੇਣਾ ਚਾਹ ਰਹੇ ਹਾਂ, ਪਹਿਲਾਂ ਇਹ ਤਾਂ ਦੱਸੋ ਜਿੰਨਾ ਬਜਟ ਅਲਾਟ ਕਰਦੇ ਹੋ ਉਹਨਾਂ ਤਾਂ ਦੇ ਦਿਓ ਉਹਨਾਂ ਨੂੰ, ਕਿਸਾਨ ਨੂੰ। ਜੀ ਸਾਹਿਬ ਇੱਕ ਬੜੀ ਇੰਟਰਸਟਿੰਗ ਗੱਲ ਤੁਸੀਂ ਕਹੀ ਸੀ ਕਿ ਕਿਸਾਨ ਨੂੰ ਇਹ ਕਹਿ ਰਿਹਾ ਕਿ ਪੰਜਾਬ ਦਾ ਕਿਸਾਨ ਜਾ ਕੇ ਮਹਾਰਾਸ਼ਟਰ 'ਚ ਜਾ ਕੇ ਆਪਣੀ ਫਸਲ ਵੇਚੇ, ਲੇਕਿਨ ਗੱਲ ਤਾਂ ਟਰਾਂਸਪੋਰਟ ਦੀ ਹੈ ਨਾ। ਤੁਸੀਂ ਤਾਂ ਟਰਾਂਸਪੋਰਟ ਲਈ ਕੀ ਇੰਤਜ਼ਾਮ? ਪੁੱਛਣਾ ਚਾਹਨਾ, ਜਿੰਨੇ ਵੀ ਇਹ ਸਰਕਾਰ ਦੇ ਬਜਟ ਆਏ 2014 ਤੋਂ ਲੈ ਕੇ ਹੁਣ 20 ਤੱਕ, ਇਸ ਸਰਕਾਰ ਇੱਕ ਵੀ ਦੱਸੇ ਕਿ ਫਸਲ ਜਦੋਂ ਕਿਸਾਨ ਲੈ ਕੇ ਜਾਏਗਾ, ਛੋਟਾ ਕਿਸਾਨ 2 ਤੋਂ 5 ਏਕੜ ਦਾ ਕਿਸਾਨ ਹੈ ਪੰਜਾਬ ਦਾ, ਲੈਂਡ ਹੋਲਡਿੰਗ ਜਿਹੜੀ 80% ਕਿਸਾਨ ਹੈ, ਉਹ ਜਦੋਂ ਲੈ ਕੇ ਫਸਲ ਲੈ ਕੇ ਤੁਰੂਗਾ ਆਪਣੀ, ਉਹ ਮਹਾਰਾਸ਼ਟਰ ਜਾਂ ਜਿਹੜੀ UP 'ਚ ਜਾਂ ਕਰਨਾਟਕਾ 'ਚ ਜਾਊਗਾ, ਉਹ ਜਾਊਗਾ ਕਿਹਦੇ ਤੇ? ਅਸੀਂ ਟਰਾਂਸਪੋਰਟ ਇਨਫਰਾਸਟ੍ਰਕਚਰ ਤੇ ਕਿੰਨਾ ਪੈਸਾ ਲਾਇਆ ਉਹ ਕਿਉਂ ਨਹੀਂ ਦੱਸਦੇ? ਅਸੀਂ ਕਿਸਾਨ ਵਾਸਤੇ ਸਪੈਸੀਫਿਕ ਡੈਡੀਕੇਟਡ ਟ੍ਰੇਨਸ ਕਿੰਨੀਆਂ ਚਲਾਈਆਂ ਨੇ ਉਹ ਕਿਉਂ ਨਹੀਂ ਦੱਸਦੇ? ਆਪਾਂ ਸਾਡੇ ਕੋਲ ਟ੍ਰੇਨ ਹੀ ਹੈ ਨਹੀਂ, ਅਸੀਂ ਲਿਜਾਵਾਂਗੇ ਕਾਹਦੇ ਤੇ ਫਸਲ? ਸਾਡੇ ਕੋਲ 2 ਏਕੜ ਟਰਾਲੀ ਤੇ ਤਾਂ ਮਹਾਰਾਸ਼ਟਰ ਜਾਂਦਾ। 2 ਏਕੜ ਤੇ 5 ਏਕੜ ਦਾ ਕਿਸਾਨ ਤੁਸੀਂ ਸਮਝਦੇ ਹੋ ਆਪਣੀ ਫਸਲ ਜਾ ਕੇ ਮਹਾਰਾਸ਼ਟਰ ਜਾਂ ਕਰਨਾਟਕਾ 'ਚ ਵੇਚ ਲੂਗਾ? ਅੱਜ ਦਾ ਜਿਹੜਾ ਕਿਸਾਨ ਹੈ, ਪੰਜਾਬ ਦਾ ਕਿਸਾਨ ਹੈ, ਆਪਣੇ ਜ਼ਿਲ੍ਹੇ ਦੇ ਇੱਕ ਬਲਾਕ ਤੋਂ ਦੂਜੇ ਬਲਾਕ ਨਹੀਂ ਜਾ ਸਕਦਾ।
ਕਿਉਂਕਿ ਉਹਦੀ ਫਸਲ ਛੋਟੀ ਹੈ, ਥੋੜੀ ਹੈ, ਔਰ ਉਹਦਾ ਜਿਹੜਾ ਲੈਂਡ ਹੋਲਡਿੰਗ ਥੋੜੀ ਹੈ, ਉੱਥੇ ਖਰਚੇ ਬਹੁਤ ਜ਼ਿਆਦਾ ਆਉਂਦੇ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣ ਦੀ। ਉਹ ਜਗ੍ਹਾ ਇਸ ਬਿਨਾਂ ਸੋਚੇ ਸਮਝੇ ਤੋਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ, ਜਿਹੜੀ ਗਰਾਊਂਡ ਰਿਐਲਿਟੀਜ਼ ਬਿਲਕੁਲ ਡਿਫਰੈਂਟ ਨੇ। ਮੈਂ ਅੱਜ ਤੱਕ ਇਹ ਨਹੀਂ ਸਮਝਾ ਪਾਏ ਕਿ ਉਹ ਲੈ ਕੇ ਕਿੱਦਾਂ ਜਾਊਗਾ ਆਪਣੀ ਫਸਲ। ਜੇ ਉਹਨੇ ਆਨਲਾਈਨ ਟ੍ਰੇਡਿੰਗ ਕਰਨੀ ਸੀ ਤਾਂ ਈ-ਨੈਮ ਤੁਹਾਡੇ ਕੋਲ ਹੈਗਾ, ਤੁਹਾਨੂੰ ਨਵੇਂ ਬਿੱਲ ਲੈ ਕੇ ਕਿਉਂ ਆਉਣੇ ਪਏ? ਜੇ ਫਿਰ ਟਰਾਂਸਪੋਰਟ ਇਨਵੈਸਟਮੈਂਟ ਕਿੰਨੀ ਕੀਤੀ ਉਹ ਵੀ ਨਹੀਂ ਤੁਸੀਂ ਦੱਸ ਪਾ ਰਹੇ। ਇੱਕ ਇਦਾਂ ਦਾ ਸ਼ਗੋਫਾ ਛੱਡਿਆ ਜਾ ਰਿਹਾ, ਜੋ ਜਿਵੇਂ 15 ਲੱਖ ਤੁਹਾਡੇ ਅਕਾਊਂਟ 'ਚ ਆਉਣਾ ਸੀ ਉਹੀ ਵਾਲਾ ਸ਼ਗੋਫਾ ਇਹ ਛੱਡਿਆ ਗਿਆ। ਐਕਚੁਅਲੀ 'ਚ ਕਾਰਪੋਰੇਟ ਹਾਊਸਿਸ ਨੂੰ ਪ੍ਰੋਫਿਟ ਦੇਣ ਲਈ ਸਾਰਾ ਕੁਝ ਤਾਮਝਾਮ ਕੀਤਾ ਗਿਆ। ਜੀ ਸਾਹਿਬ, ਕੱਲ ਬੜੇ ਪ੍ਰਦਰਸ਼ਨ ਹੋਏ ਨੇ। ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਪ੍ਰੋਟੈਸਟ ਕੀਤਾ, ਟਰੈਕਟਰ ਤੇ ਬੈਠ ਕੇ ਉਹਨਾਂ ਨੇ ਰੈਲੀ ਕੱਢੀ ਆ। ਕਿਵੇਂ ਦੇਖਦੇ ਹੋ, ਤੁਹਾਨੂੰ ਕੀ ਲੱਗਦਾ ਕਿ ਹੁਣ ਉਹ ਕਹਿ ਰਹੇ ਕਿ ਕਿਸਾਨ ਹਤੈਸ਼ੀ ਆ ਸਾਡੇ, ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ? ਇਹ ਮੈਂ ਬੜੀ ਇਹਨਾਂ ਦੀ ਵਿਵੇਕ ਤੋਂ ਬਹੁਤ ਹੈਰਾਨ ਆ ਕਿ ਸਮਝਦੇ ਨੇ ਕਿ ਅੱਜ ਵੀ ਕਿਸਾਨ ਦਾ ਪੁੱਤ ਪੜ੍ਹਿਆ ਲਿਖਿਆ ਨਹੀਂ, ਅਸੀਂ ਗੁੰਮਰਾਹ ਕਰ ਸਕਦੇ ਹਾਂ। ਸ਼ਾਇਦ ਇਹ ਅੱਜ ਭੁੱਲ ਗਏ ਨੇ ਕਿ ਪੰਜਾਬ ਦਾ ਕਿਸਾਨ ਦਾ ਪੁੱਤ ਪੜ੍ਹਿਆ ਲਿਖਿਆ ਹੈ, ਔਰ ਉਹਨੂੰ ਆਪਣੇ ਹੱਕਾਂ ਦਾ ਔਰ ਆਪਣੇ ਜਿਹੜੇ ਹੁਕਮਰਾਨ ਨੇ ਜੋ ਉਹਦੀ ਕਿਸਮਤ ਦਾ ਫੈਸਲਾ ਕਰਦੇ ਨੇ ਉਹਨਾਂ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੈ। ਮੈਂ ਇੱਕ ਜੋ ਕੱਲ ਇਹਨਾਂ ਨੇ ਜਦੋਂ ਧਰਨਾ ਦਿੱਤਾ, ਮੈਂ ਇੱਕ ਬੜਾ ਹੈਰਾਨ ਹੋਇਆ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਬਿੱਲ ਤੇ 2 ਵਾਰ ਕਿਸਾਨ ਦੀ ਡੈਥ ਵਾਰੰਟ ਤੇ 2 ਵਾਰ ਸਾਈਨ ਕੀਤੇ ਨੇ। ਇਹਨਾਂ ਨੇ ਪਹਿਲਾਂ ਜਦੋਂ ਆਰਡੀਨੈਂਸ ਲੈ ਕੇ ਆਇਆ ਗਿਆ ਕੈਬਨਿਟ 'ਚ ਉਦੋਂ ਸਾਈਨ ਕੀਤੇ ਗਏ, ਫਿਰ ਜਦੋਂ ਆਰਡੀਨੈਂਸ ਨੂੰ ਬਿੱਲ ਦੇ ਰੂਪ 'ਚ ਲੋਕ ਸਭਾ 'ਚ ਲੈ ਕੇ ਆਣਾ ਸੀ ਉਦੋਂ ਫਿਰ ਦੁਬਾਰਾ ਕੈਬਨਿਟ ਨੇ ਪਾਸ ਕਰਕੇ ਉੱਥੇ ਫਿਰ ਬੀਬਾ ਹਰਸਿਮਰਤ ਜੀ ਨੇ ਸਾਈਨ ਕੀਤੇ ਤੇ ਆ ਕੇ ਇੱਥੇ ਜਾ ਕੇ ਚੀਚੀ ਤੇ ਖੂਨ ਲਵਾ ਕੇ ਸ਼ਹੀਦ ਹੋ ਰਹੇ ਨੇ। ਤੀਸਰੀ ਗੱਲ, ਇਸੇ ਮਿਨਿਸਟਰੀ 'ਚ ਬੀਬੀ ਹਰਸਿਮਰਤ, ਇਹ ਤੁਸੀਂ ਐਕਟ ਪੜ੍ਹੋ ਧਿਆਨ ਨਾਲ, ਸ਼ਾਇਦ ਇਹ ਸਮਝਦੇ ਨੇ ਕਿ ਕਿਸਾਨ ਦਾ ਪੁੱਤ ਪੜ੍ਹ ਨਹੀਂ ਸਕਦਾ। ਕਿਸਾਨ ਦਾ ਪੁੱਤ ਬਹੁਤ ਅਲਰਟ ਹੋ ਚੁੱਕਾ, ਉਹਨੂੰ ਸਭ ਪਤਾ ਹੈ ਕਿ ਮੈਂ ਕੀ ਨਾ। ਇਹ ਗਜਟ ਨੋਟੀਫਿਕੇਸ਼ਨ ਹੈ, ਇਹ ਜਿਹੜੇ ਆਰਡੀਨੈਂਸ ਆਏ ਸੀ ਉਹਦੇ 'ਚ ਫੂਡ ਪ੍ਰੋਸੈਸਿੰਗ ਮਿਨਿਸਟਰੀ ਦਾ ਵੀ ਲਿਖਿਆ ਗਿਆ ਕਿ ਫੂਡ ਪ੍ਰੋਸੈਸਿੰਗ ਮਿਨਿਸਟਰੀ ਵੀ ਇਨਵੋਲਡ ਹੈ ਇਹਦੇ 'ਚ, ਐਗਰੀਕਲਚਰ ਮਿਨਿਸਟਰੀ ਦੇ ਨਾਲ ਐਗਰੀ ਬਿਜ਼ਨਸ ਫਰਮ ਦੇ ਨਾਲ ਪ੍ਰੋਸੈਸਰਸ ਵੀ ਇਨਵੋਲਡ ਨੇ। ਤੇ ਇਹ ਅੱਜ ਦੱਸ ਰਹੇ ਕਿ ਮੈਨੂੰ ਪਤਾ ਹੀ ਨਹੀਂ। ਮੈਂ ਇਹਨਾਂ ਦੀ ਸੋਚ ਤੇ ਉਹਨਾਂ ਵਿਵੇਕ ਤੇ ਹੈਰਾਨ ਆ ਕਿ ਇਹ ਲੋਕ ਨੂੰ ਕਿਉਂ ਗੁੰਮਰਾਹ ਕਰ ਰਹੇ ਨੇ। ਇਹ ਸਮਝਦੇ ਨੇ ਅੱਜ ਵੀ ਪੰਜਾਬ ਦੇ ਲੋਕ ਗੁੰਮਰਾਹ ਹੋ ਜਾਣਗੇ। ਔਰ ਸਭ ਤੋਂ ਵੱਡੀ ਗੱਲ, ਜਦੋਂ ਰਾਸ਼ਟਰਪਤੀ ਕੋਲ ਗਏ, ਰਾਸ਼ਟਰਪਤੀ ਕੋਲ ਜਾ ਕੇ ਬੇਨਤੀ ਕੀਤੀ ਇਹਨਾਂ ਨੇ ਕਿ ਤੁਸੀਂ ਸਾਈਨ ਨਾ ਕਰਿਓ। ਮੈਂ ਇਹਨਾਂ ਤੋਂ ਫਿਰ ਹਾਸੋ ਹੀ ਨਹੀਂ ਇਹਨਾਂ ਦੀ ਗੱਲ ਕਰਕੇ ਆਏ ਕਿ ਜਿਨ੍ਹਾਂ ਰਾਸ਼ਟਰਪਤੀ ਦੀ ਸਾਈਨ ਨਾਲ ਇਹ ਆਰਡੀਨੈਂਸ ਆਇਆ, ਅੱਜ ਉਸ ਆਰਡੀਨੈਂਸ ਨੂੰ ਪੱਕਾ ਕਾਨੂੰਨ ਬਣਾ ਕੇ ਲੋਕ ਸਭਾ 'ਚ ਪਾਸ ਕੀਤਾ ਗਿਆ, ਕਿ ਉਹ ਰਾਸ਼ਟਰਪਤੀ ਦੁਆਰਾ ਸਾਈਨ ਨਾ ਕਰਨਗੇ। ਰਾਸ਼ਟਰਪਤੀ ਦੇ ਸਾਈਨ ਨਾਲ ਇਹ ਆਰਡੀਨੈਂਸ ਆਇਆ ਸੀ, ਉਸੇ ਆਰਡੀਨੈਂਸ ਨੂੰ ਕਾਨੂੰਨ ਬਣਾਇਆ ਗਿਆ ਅੱਜ, ਕਿ ਰਾਸ਼ਟਰਪਤੀ ਸਾਈਨ ਨਹੀਂ ਕਰਨਗੇ। ਇਹ ਕਿਹਨਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਕਿਉਂ ਗੁੰਮਰਾਹ ਕਰ ਰਹੇ ਨੇ? ਅੱਜ ਪੰਜਾਬ ਦੇ ਲੋਕ ਕਿਸਾਨ ਇਹਨਾਂ ਤੋਂ ਗੁੰਮਰਾਹ ਨਹੀਂ ਹੋ ਸਕਦੇ। ਕਿਸਾਨਾਂ ਦੀ ਗੱਲ ਤਾਂ ਹੋ ਗਈ ਗਿਲਜੇ ਸਾਹਿਬ, ਗੱਲ ਲੇਬਰ ਦੀ ਹੈ। ਲੇਬਰ ਐਕਟ ਲੈ ਕੇ ਆਂਦਾ, ਪਾਸ ਹੋ ਗਿਆ ਬੜੇ ਆਰਾਮ ਦੇ ਨਾਲ, ਰਾਜ ਸਭਾ ਦੇ ਵਿੱਚ ਵੀ ਪਾਸ ਹੋ ਗਿਆ, ਲੋਕ ਸਭਾ 'ਚ ਕਲੀਅਰ ਮੈਜੋਰਟੀ ਹੈ, ਪਾਸ ਹੋ ਗਿਆ। ਕਿਵੇਂ ਦੇਖਦੇ ਹੋ ਤੁਸੀਂ? ਕਹਿੰਦੇ ਹੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੋਲੇ ਇੱਕ ਕਿੱਲਾ ਵੀ ਉਹ ਨਹੀਂ, ਜ਼ਮੀਨ ਨਹੀਂ ਹੈਗੀ, ਲੇਬਰ ਨਾਲ ਤਾਂ ਉਹ ਤਾਲੁਕ ਰੱਖਦੇ ਆ, ਲੇਬਰ 'ਚ ਜਸਟੀਫਾਈ ਕਰ। ਮੈਂ ਸਮਝਦਾ ਸੀ ਸ਼ਾਇਦ ਕਿਸਾਨੀ ਦਾ ਤਾਂ ਨਹੀਂ ਪਤਾ, ਲੇਬਰ ਦਾ ਜ਼ਰੂਰ ਪਤਾ ਹੋਵੇਗਾ। ਪ੍ਰਧਾਨ ਮੰਤਰੀ ਸਾਹਿਬ ਖੁਦ ਕਹਿੰਦੇ ਨੇ ਕਿ ਮੈਂ ਚਾਹ ਬਣਾਈ ਹੈ। ਜਿਸ ਬੰਦੇ ਨੇ ਚਾਹ ਬਣਾਈ ਹੈ, ਲੇਬਰ ਕੀਤੀ ਹੈ, ਉਹਨੂੰ ਇਹ ਨਹੀਂ ਪਤਾ ਕਿ ਲੇਬਰ ਦੀ ਪ੍ਰੋਬਲਮਸ ਕੀ ਨੇ। ਅੱਜ ਜਿਹੜਾ ਕਾਨੂੰਨ ਲੈ ਕੇ ਆਏ ਨੇ ਉਹ ਵੀ ਇੱਕ ਕਾਲਾ ਕਾਨੂੰਨ ਹੈ ਕਿ ਅੱਜ ਜਿਹੜਾ ਸਰਕਾਰ ਕੋਲੋਂ ਪਰਮਿਸ਼ਨ ਨਹੀਂ ਲੈਣੀ ਪਊਗੀ। ਜੇ ਤੁਹਾਡੇ ਕੋਲ EMPLOYEE 300 ਜਾਂ 300 ਤੋਂ ਘੱਟ EMPLOYEE ਨੇ, ਜਦੋਂ ਮਰਜ਼ੀ ਕੱਢ ਦਿਓ ਤੁਸੀਂ ਕੰਪਨੀ ਵਾਲੇ, ਸਰਕਾਰ ਇੰਟਰਫੇਅਰ ਨਹੀਂ ਕਰੂਗੀ ਉਹਦੇ 'ਚ। ਦੂਸਰੀ, ਜੇ EMPLOYEE ਨੇ, ਲੇਬਰ ਯੂਨੀਅਨ ਨੇ ਸਟ੍ਰਾਈਕ ਕਰਨੀ ਹੈ ਤਾਂ 60 ਦਿਨ ਦਾ ਨੋਟਿਸ ਦੇਣਗੇ ਕਿ 60 ਦਿਨ ਕਿ ਅਸੀਂ ਨੋਟਿਸ ਦੇਣਾ, ਸਾਡੇ ਅੱਜ ਇਹ ਇਸ਼ੂ ਨੇ, ਸਾਡੇ ਘਰ ਚੁੱਲ੍ਹਾ ਨਹੀਂ ਮਲ ਰਿਹਾ ਔਰ ਸਾਨੂੰ ਕੰਪਨੀ ਕੱਢ ਰਹੀ ਹੈ, ਤੇ ਤੁਸੀਂ 60 ਦਿਨ ਪਹਿਲਾਂ ਵੇਟ ਕਰੋਗੇ ਕਿ ਇਹਨਾਂ ਨੂੰ ਨੋਟਿਸ ਦਈਏ ਤੇ ਫਿਰ ਅਸੀਂ ਕਰੀਏ। ਇਹ ਹਾਲਾਤ ਨੇ ਇਸ ਲੇਬਰ ਕਲਾਸ ਦੇ। ਪ੍ਰਧਾਨ ਮੰਤਰੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਮੈਂ ਚਾਹ ਬਣਾਇਆ, ਚਾਹ ਬਣਾਉਣ ਵਾਲੇ ਸਾਰਿਆਂ ਨੂੰ ਹੀ ਮਾਰਤਾ ਇਹਨਾਂ ਨੇ। 300 ਤੱਕ EMPLOYEE ਜਦੋਂ ਮਰਜ਼ੀ ਕੱਢ ਦੇਣ, 60 ਦਿਨ ਦਾ ਨੋਟਿਸ ਦੇ ਕੇ ਲੇਬਰ ਸਟ੍ਰਾਈਕ ਨਹੀਂ ਕਰ ਸਕਦੀ, ਜਦੋਂ ਮਰਜ਼ੀ ਚੱਕ ਕੇ ਅੰਦਰ ਸੁੱਟ ਦਿਓ ਲੇਬਰ ਨੂੰ। ਔਰ 90% ਲੋਕ ਇੰਪੈਕਟ ਹੋਏ ਨੇ ਇਹਨਾਂ ਦੋ ਕਾਨੂੰਨਾਂ ਨਾਲ। ਚਰਚਾ ਨਹੀਂ ਹੋ ਰਹੀ ਲੇਬਰ ਐਕਟ ਦੀ, ਚਰਚਾ ਨਹੀਂ ਹੋਈ ਹੈ। ਮੈਂ ਨਹੀਂ, ਮੇਰੇ ਕਿਉਂਕਿ ਜਿਹੜਾ ਫਾਰਮਰ ਦਾ ਇਸ਼ੂ ਸੀ, ਰੋਜੀ ਰੋਟੀ ਦਾ ਇਸ਼ੂ, ਪੇਟ ਦਾ ਇਸ਼ੂ ਹੈ, ਉਹ ਐਡਾ ਕੁ ਵੱਡਾ ਹੋ ਗਿਆ ਕਿ ਉਸ ਰੌਲੇ ਦੇ ਵਿੱਚ ਇਹਨਾਂ ਨੇ ਕਾਨੂੰਨ, ਲੇਬਰ ਕਾਨੂੰਨ ਵੀ ਪਾਸ ਕਰ ਲਿਆ ਕਿ ਉਸ ਰੌਲੇ ਦੇ ਵਿੱਚ ਇਹਦਾ ਰੌਲਾ ਨਾ, ਇਸ ਰੌਲੇ ਨੂੰ ਦੱਬਿਆ ਜਾ ਸਕੇ। ਉਹੀ ਕਾਨੂੰਨ ਹੈ, ਉਹੀ ਕੀਤਾ ਇਹਨਾਂ ਨੇ ਕਿ ਰੌਲੇ ਦੇ ਵਿੱਚ ਦੂਜਾ ਰੌਲਾ ਦੱਬਤਾ ਇਹਨਾਂ ਨੇ। ਹੁਣ ਤੁਹਾਡੀ ਸਰਕਾਰ ਅੱਗੇ ਕੀ ਕਰਨ ਜਾ ਰਹੀ ਹੈ? ਕਿਉਂਕਿ ਤੁਸੀਂ ਸੱਤਾ ਦੇ ਵਿੱਚੋਂ, ਕੁਛ ਤਾਂ ਤੁਹਾਡਾ ਵੀ ਬਣਦਾ ਨਾ ਫਰਜ਼। ਸਟੇਟ ਦੀ ਗਵਰਨਮੈਂਟ MSP ਡਿਸਾਈਡ ਨਹੀਂ ਕਰਦੀ, ਸਟੇਟ ਦੀ ਗਵਰਨਮੈਂਟ MSP ਨਹੀਂ ਦਿੰਦੀ, ਇਹ ਸੈਂਟਰ ਗਵਰਨਮੈਂਟ ਹੈ ਜਿਹੜੀ MSP ਦਿੰਦੀ। ਸਟੇਟ ਗਵਰਨਮੈਂਟ ਤਾਂ ਸਭ ਤੋਂ ਵੱਧ ਇਹੀ ਕਰ ਸਕਦੀ ਕਿ ਜਾ ਕੇ ਸੁਪਰੀਮ ਕੋਰਟ 'ਚ ਚੈਲੰਜ ਕਰੇਗੀ, ਔਰ ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਚੈਲੰਜ ਕਰਾਂਗੇ। ਨਹੀਂ, ਤੁਹਾਡੇ ਨਵਜੋਤ ਸਿੰਘ ਸਿੱਧੂ ਤਾਂ ਬਹੁਤ ਸਾਰੇ ਤੁਹਾਨੂੰ ਸੁਝਾਅ ਵੀ ਦਿੰਦੇ ਨੇ ਕਿ ਇਹ ਕਰ ਸਕਦੇ ਹੋ। ਚੈਲੰਜ ਹੈ, ਸਾਡੇ ਕੋਲ ਰਸਤਾ ਹੀ ਕੋਰਟ ਦੇ ਚੈਲੰਜ ਹੈ, ਜਾਂ ਕਿਸਾਨ ਇੰਨਾ ਇਹਨਾਂ ਨੂੰ ਮਜਬੂਰ ਕਰ ਦੇਣ ਕਿ ਇਹ ਦੁਬਾਰਾ ਕਾਨੂੰਨ ਨੂੰ ਵਾਪਸ ਲੈਣਾ ਪੈ ਜੇ, ਜਾਂ ਇਹਨੂੰ ਇੰਪਲੀਮੈਂਟ ਹੀ ਨਾ ਕਰਨ।
ਇਹੀ ਦੋ ਰਸਤੇ ਬਚਦੇ ਨੇ। ਲੱਗਦਾ ਨਹੀਂ ਸੁਪਰੀਮ ਕੋਰਟ ਜਾਣ ਤੋਂ ਵੀ ਤੁਸੀਂ ਲੇਟ ਹੋ ਗਏ, ਉਹ ਹਾਲੇ ਤੱਕ ਤੁਹਾਨੂੰ ਪਹੁੰਚ ਜਾਣਾ ਚਾਹੀਦਾ ਸੀ ਇਸ ਟਾਈਮ 'ਚ। ਰਵਿੰਦਰ ਜੀ, ਆਰਡੀਨੈਂਸ ਨੂੰ ਜਦੋਂ ਤੱਕ ਪੱਕਾ ਕਾਨੂੰਨ ਆਰਡੀਨੈਂਸ ਹੁੰਦਾ ਥੋੜੇ ਸਮੇਂ ਲਈ 6 ਮਹੀਨੇ ਲਈ, ਉਹ ਕਾਨੂੰਨ ਪੱਕਾ ਕਾਨੂੰਨ ਹੁਣ ਬਣੇਗਾ ਪ੍ਰੈਜ਼ੀਡੈਂਟ ਦੇ ਸਾਈਨ ਤੋਂ ਬਾਅਦ, ਉਦੋਂ ਹੀ ਚੈਲੰਜ ਕੀਤਾ ਜਾ ਸਕਦਾ ਹੈ। ਆਰਡੀਨੈਂਸ ਤੇ ਸਰਕਾਰ ਜਾ ਕੇ ਕਹਿ ਦੇਗੀ ਇਹ ਅਸੀਂ ਜੀ ਥੋੜੇ ਸਮੇਂ ਲਈ ਲੈ ਕੇ ਆਏ ਹਾਂ, ਅਜੇ ਪੱਕਾ ਕਾਨੂੰਨ ਨਹੀਂ ਬਣਾਇਆ। ਸੋ ਜਦੋਂ ਸੁਪਰੀਮ ਕੋਰਟ ਦਾ ਸਮਾਂ, ਜਦੋਂ ਪ੍ਰੈਜ਼ੀਡੈਂਟ ਸਾਈਨ ਕਰ ਦੇਣਗੇ, ਨੋਟੀਫਿਕੇਸ਼ਨ ਹੋ ਜਾਏਗੀ, ਉਦੋਂ ਮੈਨੂੰ ਮੇਰੇ ਅਕੋਰਡਿੰਗ ਉਦੋਂ ਸਮਾਂ ਬੰਦਾ ਉਹਨੂੰ ਚੈਲੰਜ ਕਰਨ ਦਾ, ਜਦੋਂ ਪੱਕੇ ਤੌਰ ਤੇ ਕਾਨੂੰਨ ਬਣ ਜਾਏਗੀ, ਨੋਟੀਫਿਕੇਸ਼ਨ ਹੋ ਜਾਏਗੀ। ਧੰਨਵਾਦ ਜੀ ਗੱਲਬਾਤ। ਥੈਂਕ ਯੂ ਜੀ। ਇਹ ਨੇ ਦਲਜੀਤ ਗਿੱਲ ਜੀ ਜੋ ਕਿ ਸਿੱਧੇ ਤੌਰ ਤੇ ਕੇਂਦਰ ਸਰਕਾਰ ਤੇ ਨਿਸ਼ਾਨਾ ਵੀ ਲਾ ਰਹੇ ਨੇ ਤੇ ਨਾਲ ਅਕਾਲੀ ਦਲ ਵੀ ਕਹਿ ਰਹੇ ਨੇ ਕਿ ਅਕਾਲੀ ਦਲ ਜੋ ਕਿ ਖੁਦ 2 ਵਾਰ ਸਾਈਨ ਕਰ ਚੁੱਕਿਆ ਇਹਨਾਂ ਆਰਡੀਨੈਂਸਾਂ ਤੇ ਕਾਨੂੰਨ ਬਣਨ ਤੇ, ਤਾਂ ਉਹ ਕਿਉਂ ਇਹ ਹੁਣ ਰਾਜਨੀਤੀ ਕਰ ਰਿਹਾ। ਤੇ ਨਾਲ ਪ੍ਰਧਾਨ ਮੰਤਰੀ ਜੋ ਕਿ ਲੇਬਰ ਕਲਾਸ ਦੇ ਨਾਲ ਤਾਲੁਕ ਰੱਖਦੇ ਨੇ, ਜਿਨ੍ਹਾਂ ਨੇ ਕਿ ਖੁਦ ਇਹ ਗੱਲ ਦੱਸੀ ਹੈ ਕਿ ਮੈਂ ਚਾਹ ਦਾ ਕੰਮ ਕਰਦਾ ਰਿਹਾ, ਚਾਹ ਬਣਾਉਂਦਾ ਰਿਹਾ, ਤਾਂ ਮੈਨੂੰ ਲੇਬਰ ਕਲਾਸ ਦੀ ਹਰ ਸਮੱਸਿਆ ਦਾ ਪਤਾ ਹੈ। ਲੇਕਿਨ ਜੋ ਲੇਬਰ ਐਕਟ ਬਣਿਆ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਲੇਬਰ ਦੇ ਨਾਲ ਧੱਕਾ ਹੋ ਰਿਹਾ। ਤਾਂ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਅੱਜ ਕਾਂਗਰਸ ਦੇ ਸਪੋਕਸਪਰਸਨ ਦਲਜੀਤ ਗਿੱਲ ਜੀ ਹਰੇ ਵੱਲੋਂ ਲਗਾਏ ਗਏ ਨੇ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम।